ਖਬਰਾਂ ਇੱਕ ਪਾਸੇ ਤਾਂ ਸਿਆਸੀ ਤੌਰ ਤੇ ਲਗਾਤਾਰ ਚੱਲੀ ਜਾ ਰਹੀਆਂ ਨੇ ਕਿ ਜੀ 26 ਜਨਵਰੀ ਤੇ ਨਵਜੋਤ ਸਿੱਧੂ ਰਿਲੀਜ਼ ਹੋ ਸਕਦੇ ਨੇ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਕੀ ਆਪਦਾ ਜਿਹੜਾ ਉਹਨਾਂ ਦਾ 1 ਸਾਲ ਦੀ ਜਿਵੇਂ ਉਹਨੂੰ ਸਜ਼ਾ ਹੈ ਤਾਂ ਉਹ ਤੋਂ ਪਹਿਲਾਂ ਕਿਵੇਂ ਆ ਸਕਦੇ ਨੇ ਕਿ ਉਹ ਪਹਿਲਾਂ ਆ ਸਕਦੇ ਨੇ ਜਾਂ ਨਹੀਂ ਆ ਸਕਦੇ। ਉਹਦੀ ਕੁਝ ਪਰਸੈਂਟੇਜ ਟਰਮ ਜੇ 60% ਕਹੀਏ ਜਾਂ 66% ਜੋ ਸੀ ਆਪਣੀ ਸਜ਼ਾ ਜੋ ਹੈ ਭੁਗਤ ਲਈ ਹੈ ਉਸ ਤੋਂ ਬਾਅਦ ਤੁਹਾਨੂੰ ਕੰਸੀਡਰ ਕੀਤਾ ਜਾ ਸਕਦਾ ਉਹਨਾਂ ਚੀਜ਼ਾਂ ਦੇ ਲਈ ਵੀ ਤੁਹਾਨੂੰ ਪ੍ਰੀ ਮੈਚੁਰ ਰਿਲੀਜ਼ ਕੀਤਾ ਜਾ ਸਕਦਾ। ਤੁਹਾਡੀ ਪੂਰੀ ਸਜ਼ਾ ਤੁਹਾਨੂੰ ਪੂਰੀ ਕਰਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੂੰ ਐਟਲੀਸਟ 4 ਮਹੀਨੇ ਜਿਹੜੀ ਹੈ ਸਜ਼ਾ ਲਗਾਤਾਰ ਕੱਟਣੀ ਸੀ। ਉਸ ਤੋਂ ਬਾਅਦ ਉਹ ਇੰਟਾਈਟਲ ਸੀਗੇ ਪੈਰੋਲ ਦੇ ਲਈ। ਅੱਛਾ ਵੀ ਉਸ ਤੋਂ ਬਾਅਦ ਪੈਰੋਲ ਲੈ ਸਕਦੇ ਸੀਗੇ, ਬਾਹਰ ਆ ਸਕਦੇ ਸੀ, ਪੈਰੋਲ ਲੈ ਸਕਦੇ ਸੀ, ਜੋ ਕਿ ਸਤੰਬਰ ਦੇ ਵਿੱਚ ਉਹਨਾਂ ਦੀ ਜੋ ਡੇਟ ਹੈ 20 ਸਤੰਬਰ ਦੇ ਨੇੜੇ ਤੇੜੇ ਉਹਨਾਂ ਦੀ 4 ਮਹੀਨਿਆਂ ਦੀ ਜੋ ਹੈ ਕੰਟੀਨਿਊਸ ਪ੍ਰਿਜ਼ਨ ਖਤਮ ਜੋ ਸੈਂਟੈਂਸ ਹੋਣ ਤੋਂ ਬਾਅਦ ਉਹ ਇੰਟਾਈਟਲ ਸੀਗੇ। ਤੁਹਾਨੂੰ ਜੇ ਰਿਲੀਜ਼ ਕਰ ਦਿਆਂਗੇ ਤਾਂ ਬੈਟਰ ਚਾਂਸਸ ਨੇ, ਤੁਸੀਂ ਸੁਸਾਇਟੀ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਨਹੀਂ ਕਰੋਗੇ ਜਾਂ ਬੈਟਰ ਇਨਸਾਨ ਬਣਨ ਦੇ ਕਿਵੇਂ ਇਹ ਸਾਰੇ ਕ੍ਰਾਈਟੇਰੀਆ ਦੀ ਗਾਈਡਲਾਈਨਸ ਅਡਰ ਸਟੇਟਸ ਨੇ ਜੋ ਹੈ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਿਕ ਡਿਵੈਲਪ ਕੀਤੀਆਂ ਹੋਈਆਂ ਨੇ। ਹੁਣ ਨਵਜੋਤ ਸਿੰਘ ਸਿੱਧੂ ਜੀ ਨੇ ਜੋ ਹੈ ਆਪਣੀ ਪੈਰੋਲ ਜੋ ਇੰਟਾਈਟਲ ਸੀਗੇ ਉਹ ਡਿਊਰੇਸ਼ਨ ਜੇਲ੍ਹ ਦੇ ਬਾਹਰ ਨਹੀਂ ਕੱਟੀ, ਤਾਂ ਇੱਕ ਦਿਨ ਉਹਨਾਂ ਦਾ ਜਿਹੜਾ ਕਨਵਿਕਸ਼ਨ ਦੇ ਵਿੱਚ ਜੋ ਹੈ ਕੈਲਕੂਲੇਟ ਹੋ ਰਿਹਾ। ਜੇ ਉਹ ਅਸੀਂ ਨਹੀਂ ਲਈ ਤੇ ਕੋਈ ਅਹਿਸਾਨ ਤਾਂ ਨਹੀਂ ਹੈਗਾ ਵੀ ਮੈਂ ਨਹੀਂ ਲਈ ਹੈਗੀ ਤਾਂ ਜੀ ਮੈਨੂੰ ਇਸ ਪਾਸਿਓਂ ਨਹੀਂ ਤਾਂ ਮੈਂ ਇਹਨੂੰ ਲਾਸਟ ਦੇ ਟਰਮਾਂ ਦੇ ਵਿੱਚ ਮੈਨੂੰ ਜਲਦੀ ਰਿਲੀਜ਼ ਕਰ ਦਿਓ। ਨਹੀਂ, ਇਹ ਐਜ਼ ਅ ਮੈਟਰ ਆਫ ਰਾਈਟ ਤੁਸੀਂ ਇਸ ਰੂਪ ਦੇ ਵਿੱਚ ਕਲੇਮ ਨਹੀਂ ਕਰ ਸਕਦੇ ਵੀ ਮੈਨੂੰ ਜਲਦੀ ਤੋਂ ਜਲਦੀ ਰਿਲੀਜ਼ ਕਰਨਾ ਹੀ ਪੈਣਾ ਹੈ ਤੁਹਾਨੂੰ। ਜੇ ਤੁਸੀਂ ਨਹੀਂ ਲੈਂਦੇ ਹੋ ਤਾਂ ਉਹ ਤੁਹਾਡਾ ਪ੍ਰੋਰੋਗੇਟਿਵ, ਤੁਹਾਨੂੰ ਜੇ ਐਜ਼ ਅ ਮੈਟਰ ਆਫ ਰਾਈਟ ਤੁਸੀਂ ਲੈ ਸਕਦੇ ਹੋ। ਪ੍ਰੀ ਮੈਚੁਰ ਰਿਲੀਜ਼ ਹੈ ਜਿਹੜਾ ਐਕਸਕਲੂਸਿਵਲੀ ਸਰਕਾਰ ਦੇ ਹੱਥ ਦੇ ਵਿੱਚ ਹੈ। ਸਤਿ ਸ਼੍ਰੀ ਅਕਾਲ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਦਿਨ ਦੀਆਂ ਜੇ ਕਹੀਏ ਕਿ ਖਬਰਾਂ ਇੱਕ ਪਾਸੇ ਤਾਂ ਸਿਆਸੀ ਤੌਰ ਤੇ ਲਗਾਤਾਰ ਚੱਲੀ ਜਾ ਰਹੀਆਂ ਨੇ ਕਿ ਜੀ 26 ਜਨਵਰੀ ਤੇ ਨਵਜੋਤ ਸਿੱਧੂ ਰਿਲੀਜ਼ ਹੋ ਸਕਦੇ ਨੇ। ਦੂਜੇ ਪਾਸਾ ਇਹ ਹੈ ਕਿ ਆਖਰ ਕਰਕੇ ਕਾਨੂੰਨੀ ਦਾ ਕੀ ਕਹਿੰਦੇ ਨੇ ਜਾਂ ਟੈਕਨੀਕਲ ਕਾਨੂੰਨ ਦੀ ਲੈਂਗੁਏਜ ਕੀ ਕਹਿੰਦੀ ਹੈ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਕੀ ਆਪਦਾ ਜਿਹੜਾ ਉਹਨਾਂ ਦਾ 1 ਸਾਲ ਦੀ ਜਿਵੇਂ ਉਹਨੂੰ ਸਜ਼ਾ ਹੈ ਤਾਂ ਉਹ ਤੋਂ ਪਹਿਲਾਂ ਕਿਵੇਂ ਆ ਸਕਦੇ ਨੇ, ਕੀ ਜਿਹੜੀ ਪੈਰੋਲ ਲੈਣ ਦਾ ਇੱਕ ਜੇ ਕਹੀਏ ਹੱਕ ਹੈ ਜਾਂ ਫੈਸਿਲਿਟੀ ਰੱਖੀ ਹੋਈ ਹੈ ਕਾਨੂੰਨ ਨੇ ਉਹ ਨਹੀਂ ਲੈਂਦੇ ਹੈਗੇ ਤਾਂ ਉਹਦਾ ਕੋਈ ਬੈਨੀਫਿਟ ਮਿਲਦਾ। ਇਹ ਸਾਰੀਆਂ ਚੀਜ਼ਾਂ ਜੇ ਕਹੀਏ ਤਾਂ ਕਰ ਰਹੇ ਹਾਂ ਗੱਲਾਂ ਕਿਉਂਕਿ ਨਵਜੋਤ ਸਿੱਧੂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਚਰਚਾਵਾਂ ਚੱਲੀਆਂ ਹੋਈਆਂ ਨੇ, ਪਰ ਲੀਗਲੀ ਤੌਰ ਤੇ ਫੈਕਟ ਕੀ ਨੇਗੇ। ਸਾਡੇ ਨਾਲ ਰਵਨੀਤ ਜੋਸ਼ੀ ਨੇ, ਉਹਨਾਂ ਨਾਲ ਗੱਲ ਕਰਾਂਗੇ। ਰਵਨੀਤ ਜੀ, ਦੇਖਿਆ ਜਾਵੇ ਨਵਜੋਤ ਸਿੱਧੂ ਨੂੰ ਲੈ ਕੇ ਖਬਰਾਂ ਤਾਂ ਬਹੁਤ ਚੱਲੀ ਜਾ ਰਹੀਆਂ ਨੇ। ਸਿਆਸੀ ਤੌਰ ਤੇ ਜੇ ਕਿਹਾ ਜਾਵੇ ਤਾਂ ਪਾਰਟੀ ਖੁਦ ਉਹਨਾਂ ਦੀ ਵੀ ਕਹਿ ਚੁੱਕੀ ਕਿ ਕੋਈ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਹੈਗੀ, ਯਾਨੀ ਕਿ ਉਹ ਆਪਦਾ ਇੰਟਰਸਟ ਜਿਸ ਤਰ੍ਹਾਂ ਦਾ ਦਿਖਾਉਣਾ ਸੀ ਉਹਨਾਂ ਨੇ ਦਿਖਾਤਾ। ਪਰ ਲੀਗਲ ਕੀ ਕਹਿੰਦਾ ਕਿਉਂਕਿ ਕਾਨੂੰਨ ਨੇ ਹੀ ਉਹਨਾਂ ਨੂੰ ਛੱਡਣਾ ਹੈ ਕਿਉਂਕਿ ਜਦੋਂ ਉਹ ਜੇਲ੍ਹ 'ਚ ਨੇਗੇ ਤੇ ਕਾਨੂੰਨੀ ਤੌਰ ਤੇ ਕੀ ਫੈਕਟਸ ਬਣ ਸਕਦੇ ਨੇ ਕਿ ਉਹ ਪਹਿਲਾਂ ਆ ਸਕਦੇ ਨੇ ਜਾਂ ਨਹੀਂ ਆ ਸਕਦੇ। ਦੇਖੋ, ਕੋਈ ਵੀ ਪ੍ਰੀ ਮੈਚੁਰ ਰਿਲੀਜ਼ ਹੈ ਉਹਦੇ ਵਿੱਚ ਅਲੱਗ-ਅਲੱਗ ਕੈਟਾਗਰੀਜ਼ ਨੇ। ਸਸਪੈਂਸ਼ਨ ਆਫ ਸੈਂਟੈਂਸ ਹੋ ਗਿਆ, ਫਰਲੋ ਹੋ ਗਈ ਹੈ, ਪੈਰੋਲ ਹੋ ਗਈ ਹੈ, ਜਾਂ ਪ੍ਰੀ ਮੈਚੁਰ ਰਿਲੀਜ਼ ਹੁੰਦਾ ਹੈ ਪ੍ਰਿਜ਼ਨਰ ਦਾ। ਕਨਵਿਕਸ਼ਨ ਦੀ ਜੋ ਇੰਟਾਇਰ ਟਰਮ ਹੈ ਉਹਦੀ ਕੁਝ ਪਰਸੈਂਟੇਜ ਟਰਮ ਜੇ 60% ਕਹੀਏ ਜਾਂ 66% ਜੋ ਸੀ ਆਪਣੀ ਸਜ਼ਾ ਜੋ ਹੈ ਭੁਗਤ ਲਈ ਹੈ ਉਸ ਤੋਂ ਬਾਅਦ ਤੁਹਾਨੂੰ ਕੰਸੀਡਰ ਕੀਤਾ ਜਾ ਸਕਦਾ ਉਹਨਾਂ ਚੀਜ਼ਾਂ ਦੇ ਲਈ ਵੀ ਤੁਹਾਨੂੰ ਪ੍ਰੀ ਮੈਚੁਰ ਰਿਲੀਜ਼ ਕੀਤਾ ਜਾ ਸਕਦਾ। ਤੁਹਾਡੀ ਪੂਰੀ ਸਜ਼ਾ ਤੁਹਾਨੂੰ ਪੂਰੀ ਕਰਨ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਵਿੱਚ ਜਿਹੜਾ ਹੈ ਇਹ ਚੀਜ਼ਾਂ ਰੈਗੂਲੇਟ ਹੁੰਦੀਆਂ। ਪੰਜਾਬ ਪ੍ਰਿਜ਼ਨ ਗੁੱਡ ਕੰਡਕਟ ਆਫ ਪ੍ਰਿਜ਼ਨਰ ਐਕਟ ਹੈ ਜਿਹੜਾ ਟੈਂਪਰੇਰੀ ਰਿਲੀਜ਼ ਉਹਦੇ ਤਹਿਤ ਇੱਕ ਰੈਗੂਲੇਟ ਹੁੰਦੀਆਂ ਨੇ। ਉਹਦੇ ਵਿੱਚ ਕਈ ਪਹਿਲੂ ਹੁੰਦੇ ਨੇ, ਦੇਖਣੇ ਪੈਂਦੇ ਵੀ ਬੰਦੇ ਨੂੰ ਟੋਟਲ ਸਜ਼ਾ ਕਿੰਨੀ ਹੋਈ ਹੈ। ਕਿਸੇ ਨੂੰ 7 ਸਾਲ ਹੈ, ਕਿਸੇ ਨੂੰ 5 ਸਾਲ ਹੈ, ਕਿਸੇ ਨੂੰ 1 ਸਾਲ ਹੈ। ਨਵਜੋਤ ਸਿੰਘ ਸਿੱਧੂ ਜੀ ਦੇ ਕੇਸ ਜਦੋਂ ਜਿਵੇਂ ਜੋ ਸਜ਼ਾ ਹੋਈ ਹੈ ਉਹਦੇ ਮੁਤਾਬਕ ਉਹਨਾਂ ਨੂੰ ਐਟਲੀਸਟ 4 ਮਹੀਨੇ ਜਿਹੜੀ ਹੈ ਸਜ਼ਾ ਲਗਾਤਾਰ ਕੱਟਣੀ ਸੀ। ਉਸ ਤੋਂ ਬਾਅਦ ਉਹ ਇੰਟਾਈਟਲ ਸੀਗੇ ਪੈਰੋਲ ਦੇ ਲਈ। ਅੱਛਾ ਵੀ ਉਸ ਤੋਂ ਬਾਅਦ ਪੈਰੋਲ ਲੈ ਸਕਦੇ ਸੀਗੇ, ਬਾਹਰ ਆ ਸਕਦੇ ਸੀ, ਪੈਰੋਲ ਲੈ ਸਕਦੇ ਸੀ, ਜੋ ਕਿ ਸਤੰਬਰ ਦੇ ਵਿੱਚ ਉਹਨਾਂ ਦੀ ਜੋ ਡੇਟ ਹੈ 20 ਸਤੰਬਰ ਦੇ ਨੇੜੇ ਤੇੜੇ ਉਹਨਾਂ ਦੀ 4 ਮਹੀਨਿਆਂ ਦੀ ਜੋ ਹੈ ਕੰਟੀਨਿਊਸ ਪ੍ਰਿਜ਼ਨ ਖਤਮ ਜੋ ਸੈਂਟੈਂਸ ਹੋਣ ਤੋਂ ਬਾਅਦ ਉਹ ਇੰਟਾਈਟਲ ਸੀਗੇ। ਲੇਕਿਨ ਜੇ ਕੋਈ ਇਹ ਜਿਹੜੀਆਂ ਇਹ ਨੇ ਇਹ ਕੋਈ ਮੈਟਰ ਆਫ ਰਾਈਟ ਨਹੀਂ ਹੁੰਦੀਆਂ। ਪੈਰੋਲ ਲੈਣੀ, ਪ੍ਰੀ ਮੈਚੁਰ ਇਹ ਲੈਣਾ ਇਹ ਮੈਟਰ ਆਫ ਰਾਈਟ ਨਹੀਂ ਹੈ, ਇਹ ਇੱਕ ਪ੍ਰਿਵਿਲੇਜ ਹੈ। ਤੁਹਾਡੇ ਗੁੱਡ ਕੰਡਕਟ, ਤੁਹਾਡੇ ਬਿਹੇਵੀਅਰ, ਤੁਸੀਂ ਕਿੰਨੀ ਸਜ਼ਾ ਕੱਟ ਲਈ ਹੈ, ਕਿਸ ਤਰੀਕੇ ਨਾਲ ਉਹ ਸਜ਼ਾ ਨੂੰ ਕੱਟਿਆ ਤੁਸੀਂ, ਤੇ ਤੁਹਾਡਾ ਪਾਸਟ ਕੰਡਕਟ ਕੀ ਰਿਹਾ। ਤੁਹਾਨੂੰ ਜੇ ਰਿਲੀਜ਼ ਕਰ ਦਿਆਂਗੇ ਤਾਂ ਬੈਟਰ ਚਾਂਸਸ ਨੇ, ਤੁਸੀਂ ਸੁਸਾਇਟੀ ਦੇ ਵਿੱਚ ਡਿਸਟਰਬੈਂਸ ਕ੍ਰੀਏਟ ਨਹੀਂ ਕਰੋਗੇ ਜਾਂ ਬੈਟਰ ਇਨਸਾਨ ਬਣਨ ਦੇ ਕਿਵੇਂ ਇਹ ਸਾਰੇ ਕ੍ਰਾਈਟੇਰੀਆ ਦੀ ਗਾਈਡਲਾਈਨਸ ਅਡਰ ਸਟੇਟਸ ਨੇ ਜੋ ਹੈ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਮੁਤਾਬਿਕ ਡਿਵੈਲਪ ਕੀਤੀਆਂ ਹੋਈਆਂ ਨੇ। ਫਿਰ ਤੁਹਾਡੇ ਕੇਸ ਨੂੰ ਇੱਕ ਰਿਵਿਊ ਬੋਰਡ ਬਣਿਆ ਹੁੰਦਾ ਜਾਂ ਕੋਈ ਅਫਸਰ ਮੋਸਟਲੀ ਜੋ ਹੈ ਜੇਲ੍ਹ ਦੇ ਪ੍ਰਿਜ਼ਨ ਅਥਾਰਟੀਜ਼ ਦੇ ਵਿੱਚ ਹੁੰਦਾ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਅਪਾਇੰਟ ਕੀਤਾ ਹੁੰਦਾ ਹੈ ਐਪਰੋਪ੍ਰੀਏਟ ਅਥਾਰਟੀ ਜੋ ਤੁਹਾਡੇ ਕੇਸ ਨੂੰ ਕੰਸੀਡਰ ਕਰਦੀ ਹੈ। ਕੰਸੀਡਰ ਕਰਨ ਤੋਂ ਬਾਅਦ ਜੇ ਉਹਨਾਂ ਨੂੰ ਲੱਗਦਾ ਵੀ ਹਾਂ ਤੁਸੀਂ ਫਿੱਟ ਬੈਠਦੇ ਹੋ ਇਸ ਸਿਚੁਏਸ਼ਨ ਦੇ ਵਿੱਚ ਤਾਂ ਤੁਹਾਨੂੰ ਉਹ ਪ੍ਰੀ ਮੈਚੁਰ ਰਿਲੀਜ਼ ਦੇ ਲਈ ਰਿਲੀਜ਼ ਕਰ ਦਿੰਦੇ ਨੇ। ਲੇਕਿਨ ਤੁਹਾਡੀ ਐਕਚੁਅਲ ਸੈਂਟੈਂਸ ਕਿੰਨੀ ਕੱਟੀ ਗਈ ਹੈ
ਇਹਨੂੰ ਕੰਸੀਡਰ ਕਰਨ ਦੇ ਵੇਲੇ ਉਹ ਡਿਊਰੇਸ਼ਨ ਜਦੋਂ ਤੁਸੀਂ ਜੇਲ੍ਹ ਤੋਂ ਬਾਹਰ ਰਹੇ ਹੋ, ਪੈਰੋਲ ਤੇ ਰਹੇ ਹੋ, ਫਰਲੋ ਤੇ ਰਹੇ ਹੋ, ਇਹ ਚੀਜ਼ ਨੂੰ ਵੀ ਕੰਸੀਡਰ ਕੀਤਾ ਜਾਂਦਾ। ਹੁਣ ਨਵਜੋਤ ਸਿੰਘ ਸਿੱਧੂ ਜੀ ਨੇ ਜੋ ਹੈ ਆਪਣੀ ਪੈਰੋਲ ਜੋ ਇੰਟਾਈਟਲ ਸੀਗੇ ਉਹ ਡਿਊਰੇਸ਼ਨ ਜੇਲ੍ਹ ਦੇ ਬਾਹਰ ਨਹੀਂ ਕੱਟੀ, ਤਾਂ ਇੱਕ ਇੱਕ ਦਿਨ ਉਹਨਾਂ ਦਾ ਜਿਹੜਾ ਕਨਵਿਕਸ਼ਨ ਦੇ ਵਿੱਚ ਜੋ ਹੈ ਕੈਲਕੂਲੇਟ ਹੋ ਰਿਹਾ। ਇਹ ਇੱਕ ਚੀਜ਼ ਹੋਰ ਸਮਝਾ ਦਿਓ, ਜਿਵੇਂ ਤੁਸੀਂ ਕਿਹਾ ਵੀ ਜਦੋਂ ਇੱਕ ਟਾਈਮ ਪੀਰੀਅਡ ਹਰ ਇੱਕ ਸਜ਼ਾ ਦੇ ਹਿਸਾਬ ਦੇ ਨਾਲ ਜਦੋਂ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਪੈਰੋਲ ਜਾਂ ਫਰਲੋ ਲੈ ਸਕਦੇ ਹੋ। ਜੇ ਉਹ ਅਸੀਂ ਨਹੀਂ ਲਈ, ਇਹ ਕੋਈ ਅਹਿਸਾਨ ਤਾਂ ਨਹੀਂ ਹੈਗਾ ਵੀ ਮੈਂ ਨਹੀਂ ਲਈ ਹੈਗੀ ਤਾਂ ਜੀ ਮੈਨੂੰ ਇਸ ਪਾਸਿਓਂ ਨਹੀਂ, ਤਾਂ ਮੈਂ ਇਹਨੂੰ ਲਾਸਟ ਦੇ ਟਰਮਾਂ ਦੇ ਵਿੱਚ ਮੈਨੂੰ ਜਲਦੀ ਰਿਲੀਜ਼ ਕਰ ਦਿਓ। ਨਹੀਂ, ਇਹ ਐਜ਼ ਅ ਮੈਟਰ ਆਫ ਰਾਈਟ ਤੁਸੀਂ ਇਸ ਰੂਪ ਦੇ ਵਿੱਚ ਕਲੇਮ ਨਹੀਂ ਕਰ ਸਕਦੇ ਵੀ ਮੈਨੂੰ ਜਲਦੀ ਤੋਂ ਜਲਦੀ ਰਿਲੀਜ਼ ਕਰਨਾ ਹੀ ਪੈਣਾ ਹੈ ਤੁਹਾਨੂੰ। ਜੇ ਤੁਸੀਂ ਨਹੀਂ ਲੈਂਦੇ ਹੋ ਤਾਂ ਉਹ ਤੁਹਾਡਾ ਪ੍ਰੋਰੋਗੇਟਿਵ, ਤੁਹਾਨੂੰ ਜੇ ਐਜ਼ ਅ ਮੈਟਰ ਆਫ ਰਾਈਟ ਤੁਸੀਂ ਲੈ ਸਕਦੇ ਹੋ ਵੀ ਮੈਨੂੰ ਆ ਪੈਰੋਲ ਦਿੱਤੀ ਜਾਵੇ, ਪਰ ਉਹ ਡੇਟਸ ਨੂੰ ਕੈਲਕੂਲੇਟ ਕੀਤਾ ਜਾਊ ਤੁਹਾਡੀ ਕਨਵਿਕਸ਼ਨ ਨੂੰ ਗਿਣਨ ਦੇ ਵੇਲੇ। ਜਿੰਨਾ ਟਾਈਮ ਤੁਸੀਂ ਜੇਲ੍ਹ ਤੋਂ ਬਾਹਰ ਰਹੇ ਹੋ ਉਹਦੀ ਉਹ ਕਨਵਿਕਸ਼ਨ ਰੇਟ ਨੂੰ ਕੈਲਕੂਲੇਟ ਕੀਤਾ ਜਾਂਦਾ, ਉਹਦਾ ਪੈਰਾਮੀਟਰ ਹੁੰਦਾ। 15 ਦਿਨ ਮੰਨੇ ਜਾਣਗੇ, ਉਹ ਅੱਡ ਕ੍ਰਾਈਟੇਰੀਆ ਸੈੱਟ ਕੀਤੇ ਹੁੰਦੇ ਨੇ, ਉਸ ਰੂਪ ਚ ਉਹਨੂੰ ਕੈਲਕੂਲੇਸ਼ਨ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ। ਲੇਕਿਨ ਇਹ ਕਹਿਣਾ ਵੀ ਕਿਉਂਕਿ ਮੈਂ ਪੈਰੋਲ ਨਹੀਂ ਲਈ ਹੈ ਤੇ ਫਿਰ ਮੈਨੂੰ ਜੋ ਹੈ ਲਾਜ਼ਮੀ ਰਿਲੀਜ਼ ਕਰਨਾ ਪਊ ਮੇਰੀ ਪੈਰੋਲ ਦੇ ਦਿਨਾਂ ਨੂੰ ਕੱਟ ਕੇ, ਇਹ ਵਾਜਬ ਨਹੀਂ ਹੈ। ਕਹਿ ਸਕਦਾ ਬੰਦਾ, ਪਰ ਉਹ ਕੇਸ ਨੂੰ ਕੰਸੀਡਰ ਕਰਨਾ ਹਮੇਸ਼ਾ ਜੋ ਸਰਕਾਰ ਦੇ ਹੱਥ 'ਚ ਹੁੰਦਾ ਜਾਂ ਉਹਨਾਂ ਵੱਲੋਂ ਜੋ ਆਥੋਰਾਈਜ਼ਡ ਪਰਸਨ ਹੈ ਇਹਨਾਂ ਕੇਸਿਸ ਨੂੰ ਕੰਸੀਡਰ ਕਰਨ ਦੇ, ਉਹਦੇ ਹੱਥ ਦੇ ਵਿੱਚ। ਹੁਣ ਮੈਂ ਇਸੇ ਪੁਆਇੰਟ ਤੇ ਆ ਰਿਹਾ ਸੀਗਾ ਕਿ ਜਿਹੜਾ ਹੁਣ ਇਹਨਾਂ ਦੀ ਜਦੋਂ ਟਾਈਮ ਪੀਰੀਅਡ ਪੂਰਾ ਹੁੰਦਾ ਹੈ ਉਹ ਜੇ ਦੇਖਿਆ ਜਾਵੇ ਸਰਕਾਰ, ਐਡਮਿਨਿਸਟ੍ਰੇਸ਼ਨ ਤੇ ਕੋਰਟਾਂ ਦੇ ਇਹਨਾਂ ਦੇ ਹੱਥ ਹੈ ਸਾਰਾ ਕੁਝ ਕਿ ਆਖਰਕਾਰ ਕੀ ਉਹ ਚੀਜ਼ਾਂ ਜਿਹੜੀਆਂ ਉਹ ਰਿਕੁਐਸਟ ਕਰਨਗੇ ਜੇ ਉਹ ਕਰਦੇ ਨੇਗੇ ਤਾਂ ਉਹ ਮੰਨਣੀਆਂ ਨੇ ਜਾਂ ਫਿਰ ਨਹੀਂ, ਜਾਂ ਫਿਰ ਉਹਨਾਂ ਦਾ ਟਾਈਮ ਪੀਰੀਅਡ ਜਦੋਂ ਪੂਰਾ ਹੋ ਜਾਊ ਬਾਅਦ ਉਹ ਜਿਹੜੀ ਕਾਨੂੰਨੀ ਕਾਰਵਾਈ ਹੈ ਪੂਰੀ ਕਰਕੇ ਫਿਰ ਰਿਲੀਜ਼ ਹੁੰਦਾ ਹੈ। ਪ੍ਰੀ ਮੈਚੁਰ ਰਿਲੀਜ਼ ਹੈ ਜਿਹੜਾ ਐਕਸਕਲੂਸਿਵਲੀ ਸਰਕਾਰ ਦੇ ਹੱਥ ਦੇ ਵਿੱਚ ਹੈ। ਅੱਛਾ, ਕਿਉਂਕਿ ਇਹ ਮੈਟਰ ਆਫ ਰਾਈਟ ਨਹੀਂ ਹੈ ਤਾਂ ਕੋਰਟਾਂ ਦੀ ਉਹਦੇ ਵਿੱਚੋਂ ਇੰਟਰਫੇਰੈਂਸ ਨਹੀਂ ਹੈ, ਕੋਰਟਾਂ ਦੇ ਵਿੱਚ ਕੁਝ ਨਹੀਂ ਕਰ ਸਕਦੀਆਂ। ਇਹ ਤਾਂ ਹੁਣ ਇਹ 26 ਜਨਵਰੀ ਵਾਲਾ ਪੈਂਦਾ ਰੌਲਾ ਜਾਂ ਕਹੀਏ ਕਿ ਬਾਕੀ ਆਪਾਂ ਕਹਿੰਦੇ ਦੇਖਦੇ ਵੀ ਕਈਆਂ ਨੂੰ ਛੱਡਦੇ ਨੇਗੇ, ਤਾਂ ਉਹ ਕੀ ਹੁੰਦਾ ਦਰਅਸਲ? ਲਿਸਟ ਬਣਾਈ ਜਾਂਦੀ ਹੈ ਜੇਲ੍ਹ ਸੁਪਰਟੈਂਡੈਂਟ ਦੇ ਵੱਲੋਂ, ਉਹਨਾਂ ਦੇ ਕੰਡਕਟ ਦੀ, ਉਹਨਾਂ ਦੇ ਬਿਹੇਵੀਅਰ ਦੀ ਜੋ ਹੈ ਜੋ ਡਿਟੇਲ ਉਹਨਾਂ ਦੇ ਡੇ ਟੂ ਡੇ ਕੋਰਸ ਦਾ ਕਹੇ ਜਾਂ ਉਹਨਾਂ ਦਾ ਬਿਹੇਵੀਅਰ ਹੈ ਉਹਦੀ ਡਿਟੇਲਸ ਲਈਆਂ ਜਾਂਦੀਆਂ ਤੇ ਉਹ ਕੇਸਿਸ ਜਿਹੜੇ ਨੇ ਆਈਦਰ ਗਵਰਨਰ ਕੋਲੇ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲੇ ਭੇਜੇ ਜਾਂਦੇ ਨੇ। ਉੱਥੇ ਉਹਨਾਂ ਦੇ ਕੇਸਿਸ ਨੂੰ ਕੰਸੀਡਰ ਕੀਤਾ ਜਾਂਦਾ, ਜਿਨ੍ਹਾਂ ਦੇ ਕੇਸਿਸ ਪਰਮਿਟ ਹੋ ਜਾਂਦੇ ਨੇ ਜਾਂ ਸਰਕਾਰ ਵੱਲੋਂ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਉਹਨਾਂ ਦੇ ਰਿਲੀਜ਼ ਆਮ ਤੌਰ ਤੇ ਜਿਹੜੇ ਹੈ ਆਪਾਂ 26 ਜਨਵਰੀ ਨੂੰ ਲੈ ਲਈਏ ਜਾਂ 15 ਅਗਸਤ ਨੂੰ ਦੇਖੀਏ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਰਿਲੀਜ਼ ਵੀ ਕੀਤਾ ਜਾਂਦਾ। ਹੁਣ ਲਾਸਟ ਇਹਨਾਂ ਕੋ ਹੋਰ ਚੀਜ਼ ਦੱਸ ਦਿਓ ਕਿ ਇਹ ਹੁਣ ਜਿਹੜੇ ਇਹਨਾਂ ਵਾਲੇ ਮਾਮਲੇ ਦੇ ਵਿੱਚ ਹੈ ਕਿ ਚਲੋ ਇਹਨਾਂ ਨੇ ਪੈਰੋਲ ਵੀ ਨਹੀਂ ਲਈ, ਹੋ ਨਹੀਂ ਲਈ, ਯਾਨੀ ਕਿ ਇਹ ਜਦੋਂ ਇਹ ਰਿਕੁਐਸਟ ਕਰਨਗੇ ਹੁਣ ਸਾਰੀ ਕਾਰਵਾਈ ਉਦੋਂ ਬਾਅਦ ਦੀ ਹੈ, ਤੇ ਦੂਜਾ ਇਹ ਕਿ ਜੇ ਜੇਲ੍ਹ ਸੁਪਰੀਡੈਂਟ ਜਾਂ ਕਹੀਏ ਕਿ ਜੇਲ੍ਹ ਅਥਾਰਟੀ ਹੈ ਜਦੋਂ ਭੇਜੂਗੀ ਲਿਖ ਕੇ ਜਾਂ ਉਹ ਤੇ ਨਿਰਭਰ ਕਰਦੀ ਹੈ। 2 ਪੁਆਇੰਟ ਨੇ ਜਾਨੀ ਕਿ ਜਿੱਤੇ ਨਿਰਭਰ ਕਰਦੇ ਵੀ ਉਹ ਪਹਿਲਾਂ ਆਉਂਦੇ ਨੇ ਬਾਹਰ ਕਿ ਨਹੀਂ ਆਉਂਦੇ। ਦੇਖੋ, ਆਮ ਤੌਰ ਤੇ ਜੇਲ੍ਹ ਅਥਾਰਟੀਜ਼ ਆਪਣੇ ਆਪ ਹੀ, ਕਿਉਂਕਿ ਕੋਈ ਵੱਡਾ ਜੋ ਹੈ ਵੱਡੀ ਸਜ਼ਾ ਤਾਂ ਹੈ ਨਹੀਂ ਹੈ, 1 ਸਾਲ ਦੀ ਸਜ਼ਾ ਹੈ, ਜੋ ਇਹਨਾਂ ਦਾ ਕੰਡਕਟ ਵੀ ਫੇਅਰ ਰਿਹਾ, ਬੜੀ ਪਰਮੰਨੀ ਸ਼ਖਸੀਅਤ ਨੇ, ਇਹਨਾਂ ਨੂੰ ਕੰਸੀਡਰ ਕਰਨਾ ਜਾਂ ਨਾ ਕੰਸੀਡਰ ਕਰਨਾ ਮੈਂ ਸੋਚਦਾ ਵੱਖਰੀ ਗੱਲ ਹੋਏਗੀ ਵੀ ਕੋਈ ਜੇਲ੍ਹ ਪ੍ਰਸ਼ਾਸਨ ਇਹਨਾਂ ਨੂੰ ਇਗਨੋਰ ਨਹੀਂ ਕਰ ਸਕਦਾ ਤੇ ਪ੍ਰੋਬੇਬਲੀ ਇਹਨਾਂ ਦੇ ਕੇਸ ਨੂੰ ਹੁਣ ਤੱਕ ਕੰਸੀਡਰ ਕਰ ਲਿਆ ਹੋਊਗਾ। ਇਸੇ ਕਰਕੇ ਉਮੀਦ ਲਗਾਈ ਜਾ ਰਹੀ ਹੈ ਵੀ ਜੋ ਹੈ ਇਸ ਜੋ ਹੈ 26 ਜਨਵਰੀ ਨੂੰ ਇਹਨਾਂ ਦੀ ਜੋ ਹੈ ਰਿਲੀਜ਼ ਹੋ ਜਾਏਗੀ ਸਜ਼ਾ ਤੋਂ ਪਹਿਲਾਂ ਪ੍ਰੀ ਮੈਚੁਰ। ਬਿਲਕੁਲ, ਹੁਣ ਚਾਹੇ ਜੇ ਕਹੀਏ ਕਿ ਖਬਰਾਂ ਚਰਚਾਵਾਂ ਜਿੰਨੀਆਂ ਮਰਜ਼ੀ ਹੋਣ, ਪਰ ਜਿਵੇਂ ਵਕੀਲ ਸਾਹਿਬ ਨੇ ਸਮਝਾਇਆ ਕਿ ਆਖਰਕਾਰ ਲੀਗਲ ਜਿਹੜਾ ਗਰਾਊਂਡ ਆ ਉਹ ਕੀ ਕਹਿੰਦਾ ਹੈ। ਹੁਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਜੇ ਕਿਹਾ ਜਾਵੇ ਕਿ ਪਹਿਲਾਂ ਅੰਦਾਜ਼ੇ ਲਾਉਣੇ ਗਲਤ ਹੋਣਗੇ, ਕਿਉਂਕਿ ਜ਼ਿਆਦਾਤਰ ਜਿਹੜਾ ਅਸੀਂ ਪਲੜਾ ਦੇਖਦੇ ਹਾਂ ਉਹ ਸਰਕਾਰਾਂ ਦੇ ਹੱਥ ਬਹੁਤ ਮਾਇਨੇ ਰੱਖਦਾ ਹੈ। ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦੇ ਵਿੱਚ ਕਿਹੋ ਜਿਹਾ ਰੋਲ ਨਿਭਾਉਂਦੀ ਆ ਉਹ ਵੀ ਦੇਖਣਾ ਆਊ। ਪਰ ਦੂਜੇ ਪਾਸੇ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਖੁਦ ਦੇ ਤਰਫੋਂ ਯਾਨੀ ਕਿ ਉਹਨਾਂ ਦੇ ਵਕੀਲ ਨੇ ਜਿਹੜੇ ਉਹ ਅੱਗੇ ਕੀ ਅਪੀਲਾਂ ਕਰਦੇ ਨੇ ਕਿ ਉਦੋਂ ਪਹਿਲਾਂ ਉਹ ਬਾਹਰ ਆਉਂਦੇ ਨੇ ਜਾਂ ਫਿਰ ਪੂਰਾ ਸਮਾਂ ਕੱਟ ਕੇ ਉਦੋਂ ਬਾਅਦ ਹੀ ਆਉਣਾ ਉਹ ਠੀਕ ਸਮਝਣਗੇ, ਕਿਉਂਕਿ ਪੈਰੋਲ ਉਹਨਾਂ ਨੇ ਲਈ ਨਹੀਂ ਹੈਗੀ। ਵੀਡੀਓ ਜਰਨਲਿਸਟ ਅਮਨ ਦੇ ਨਾਲ ਮਿਸਿੰਗ ਜਨਰਲ ਸਪੋਕਸਮੈਨ ਟੀਵੀ, ਚੰਡੀਗੜ੍ਹ।